ਹੈਲੋ ਸਟੂਡੈਂਟਸ, ਅੱਜ ਅਸੀਂ 10th ਕਲਾਸ ਦੇ 9th ਚੈਪਟਰ ਟ੍ਰਿਗਨੋਮੈਟਰੀ ਦੇ ਬਾਕੀ ਕੁਐਸਚਨਸ ਕਰਾਂਗੇ। ਕੁਐਸਚਨ ਨੰਬਰ 8, ਇਹ ਸਟੈਚੂ 1.6 ਮੀਟਰ ਟਾਲ ਸਟੈਂਡਸ ਔਨ ਦਾ ਟੌਪ ਆਫ ਪੈਡੈਸਟਲ। ਅਰਥ, ਇਹ ਪੈਡੈਸਟਲ ਹੋ ਗਿਆ, ਪੈਡੈਸਟਲ ਦੇ ਉੱਪਰ ਸਟੈਚੂ ਹੈ 1.6 ਮੀਟਰ ਟਾਲ ਹੈ। ਇਹ ਸਾਡਾ ਸਟੈਚੂ ਹੈ। ਫਰਾਮ ਏ ਪੁਆਇੰਟ ਔਨ ਦਾ ਗਰਾਊਂਡ, ਇਹ ਗਰਾਊਂਡ ਤੇ ਕੋਈ ਪੁਆਇੰਟ ਹੈ। ਐਂਡ ਐਂਗਲ ਆਫ ਐਲੀਵੇਸ਼ਨ ਟੌਪ ਆਫ ਸਟੈਚੂ, ਸਟੈਚੂ ਦੇ ਟੌਪ ਦਾ ਐਂਗਲ ਜਿਹੜਾ ਉਹ 60 ਡਿਗਰੀ ਦਾ ਹੈ। 60 ਡਿਗਰੀ ਐਂਗਲ ਹੈ। ਫਰਾਮ ਦਾ ਸੇਮ ਪੁਆਇੰਟ, ਇਸੇ ਪੁਆਇੰਟ ਤੋਂ ਐਲੀਵੇਸ਼ਨ ਟੌਪ ਆਫ ਪੈਡੈਸਟਲ, ਪੈਡੈਸਟਲ ਦੇ ਟੌਪ ਦਾ ਐਂਗਲ ਜਿਹੜਾ ਉਹ 45 ਹੈ। ਹਾਈਟ ਆਫ ਪੈਡੈਸਟਲ ਫਾਈਂਡ ਆਊਟ ਕਰਨੀ ਹੈ। ਪਹਿਲਾਂ ਤਾਂ ਆਪਾਂ ਲਿਖ ਲੈਂਦੇ ਤੇ ਵੀ ਹਾਈਟ ਆਫ ਪੈਡੈਸਟਲ ਕਿਹੜੀ ਹੈ, CD, ਇਹ ਆਪਾਂ ਫਾਈਂਡ ਆਊਟ ਕਰਨੀ ਹੈ। ਹਾਈਟ ਆਫ ਸਟੈਚੂ AD ਇਕੁਅਲ ਟੂ 1.6 ਮੀਟਰ ਹੈ। ਐਨ ਟ੍ਰਾਇੰਗਲ ABC, ਜਦੋਂ ਕਿਸੇ ਵੀ ਟ੍ਰਾਇੰਗਲ ਦੇ ਵਿੱਚ ਪੂਰੀ ਸਾਈਡ ਨਾ ਹੋਵੇ, ਇਹ ਪੂਰੀ ਸਾਈਡ ਗਿਵਨ ਨਹੀਂ ਹੈ, ਇਹ ਨਹੀਂ ਹੈ, ਇਹ ਨਹੀਂ ਹੈ, ਤਾਂ ਸਾਡੇ ਕੋਲ ਪਰਪੈਂਡੀਕੂਲਰ ਅਪੋਨ ਬੇਸ ਵਾਲਾ ਫਾਰਮੂਲਾ ਹੀ ਲੱਗਣਾ। ਤੁਸੀਂ ਪਹਿਲਾਂ ਆਪਾਂ ਲਿਖ ਲੈਂ ਵੀ AC ਯਾਨੀ ਕਿ ਪਰਪੈਂਡੀਕੂਲਰ ਜਿਹੜਾ ਉਹ AD ਪਲੱਸ CD ਮੀਨਸ 1.6 ਪਲੱਸ CD ਇੰਨੇ ਮੀਟਰਸ ਹੋ ਗਿਆ। ਇਹਦੇ 'ਚ ਥੀਟਾ ਜਿਹੜਾ ਉਹ 60 ਡਿਗਰੀ, AC ਅਪੋਨ BC ਮੀਨਸ ਪਰਪੈਂਡੀਕੂਲਰ ਅਪੋਨ ਬੇਸ ਕੀ ਹੁੰਦਾ, ਟੇਂਜੈਂਟ ਥੀਟਾ। AC ਦੀ ਵੈਲਿਊ ਅਪਲਾਈ ਕਰ ਲਓ, 1.6 ਪਲੱਸ CD ਅਪੋਨ BC ਇਕੁਅਲ ਟੂ ਟੇਂਜੈਂਟ 60। 1.6 ਪਲੱਸ CD ਟੇਂਜੈਂਟ 60 ਦੀ ਵੈਲਿਊ √3 ਹੁੰਦੀ ਹੈ N2 BC। ਇਹ 'ਚੋਂ CD ਦੀ ਵੈਲਿਊ ਫਾਈਂਡ ਆਊਟ ਕਰਾਂਗੇ ਤਾਂ √3 BC ਮਾਈਨਸ 1.6 ਇਕੁਏਸ਼ਨ ਨੰਬਰ 1 ਬਣਾ ਲਓ। ਹੁਣ ਆਪਣੇ ਕੋਲ ਰਾਈਟ ਟ੍ਰਾਇੰਗਲ ਇੱਕ BCD ਹੈ। ਇਹਦੇ ਵਿੱਚ ਕੋਈ ਚੀਜ਼ ਮਤਲਬ ਕੋਈ ਚੀਜ਼ ਪੂਰੀ ਨਹੀਂ ਹੈ, ਨਾ CD ਹੈ ਨਾ BC ਹੈ, ਸਿਰਫ ਐਂਗਲ ਹੈਗਾ ਥੀਟਾ 45 ਡਿਗਰੀ ਹੈ। ਉਸੇ ਤਰ੍ਹਾਂ ਹੀ ਪਰਪੈਂਡੀਕੂਲਰ ਅਪੋਨ ਬੇਸ ਟੇਂਜੈਂਟ ਥੀਟਾ ਹੋ ਗਿਆ, CD ਓਵਰ BC, ਟੇਂਜੈਂਟ ਥੀਟੇ ਦੀ ਵੈਲਿਊ 45 ਹੈ, ਟੇਂਜੈਂਟ 45 ਦੀ ਵੈਲਿਊ 1 ਹੁੰਦੀ ਹੈ, ਦੇਅਰਫੋਰ CD ਇਕੁਅਲ ਟੂ BC ਇਕੁਏਸ਼ਨ ਨੰਬਰ 2 ਹੋ ਗਈ। ਫਰਾਮ ਇਕੁਏਸ਼ਨ 1 ਐਂਡ 2, CD ਹੈ, ਇਹ ਦੋਨੇ ਇਕੁਅਲ ਹੋ ਗਏ, ਦੇਅਰਫੋਰ ਆਹ ਤੇ ਇਕੁਅਲ ਹੋ ਗਏ। √3 BC ਮਾਈਨਸ 1.6 ਇਕੁਅਲ ਟੂ BC। BC ਇੱਕ ਸਾਈਡ ਕਰ ਲਓ, √3 BC ਮਾਈਨਸ BC, ਇਹ ਦੂਸਰੀ ਪਾਸੇ ਲੈ ਜਾ ਕੇ ਪਲੱਸ ਚ ਹੋ ਜਾਓ। ਇਹਨਾਂ ਚੋਂ BC ਕਾਮਨ ਆਓ, ਕੱਢ ਲਓ, 1.6 ਹੋ ਗਿਆ। BC ਦੀ ਵੈਲਿਊ 1.6 ਅਪੋਨ ਇਹਨਾਂ ਹੋ ਗਿਆ। ਇਹਨੂੰ ਰੈਸ਼ਨਲਾਈਜ਼ ਕਰ ਲਓ, √3 ਪਲੱਸ 1 ਸਿੰਪਲੀਫਾਈ ਕਰੀਏ ਤਾਂ √3 ਪਲੱਸ 1 ਓਵਰ, ਇਹ ਫਾਰਮੂਲਾ 6ਵੀਂ 7ਵੀਂ ਕਲਾਸ 'ਚ ਸਿਖਾਇਆ ਜਾਂਦਾ ਹੈ ਵੀ A ਮਾਈਨਸ B ਇੰਟੂ A ਪਲੱਸ B ਹੋਵੇ, ਇਹ ਇਕੁਅਲ ਟੂ A ਸਕੁਅਰ ਮਾਈਨਸ B ਸਕੁਅਰ ਹੁੰਦਾ ਹੈ। ਦੇਅਰਫੋਰ √3 ਦਾ ਸਕੁਅਰ ਹੋ ਗਿਆ ਮਾਈਨਸ 1 ਦਾ ਸਕੁਅਰ ਹੋ ਗਿਆ, 1.6 ਇੰਟੂ √3 ਪਲੱਸ 1 ਓਵਰ √3 ਦਾ ਸਕੁਅਰ 3 ਹੋ ਗਿਆ, 1 ਦਾ ਸਕੁਅਰ 1 ਹੋ ਗਿਆ, 1.6 ਇੰਟੂ √3 ਪਲੱਸ 1 ਅਪੋਨ 2 ਹੋ ਗਿਆ। ਇਹਨੂੰ ਕੱਟ ਲਓ, 0.8 ਹੋ ਗਿਆ, 0.8 ਇੰਟੂ √3 ਪਲੱਸ 1, ਇਹ ਸਾਡੇ ਕੋਲ BC ਦੀ ਵੈਲਿਊ ਆ ਗਈ। ਅਸੀਂ ਫਾਈਂਡ ਕਰਨੀ ਸੀ CD ਦੀ ਵੈਲਿਊ। ਫਰਾਮ ਇਕੁਏਸ਼ਨ 2 ਜਾਂ ਪੁੱਟ ਇਨ 2, CD ਇਕੁਅਲ ਟੂ BC ਦੀ ਵੈਲਿਊ 0.8 ਇੰਟੂ √3 ਪਲੱਸ 1 ਇੰਨੇ ਮੀਟਰਸ, ਇਹ ਸਾਡੇ ਕੋਲ ਹਾਈਟ ਆਫ ਪੈਡੈਸਟਲ ਆ ਗਈ। ਆਂਸਰ ਆ ਗਿਆ। 9th question, the angle of the elevation of top of building from the foot of tower is 30 and the angle of elevation top of tower from the foot of building is 60. If the tower is 50 meter high, find the height of building.
ਇੱਥੇ ਆਮ ਸਟੂਡੈਂਟਸ ਇਹ ਕਨਫਿਊਜ਼ ਹੁੰਦੇ ਆ ਵੀ ਬਿਲਡਿੰਗ ਉੱਚੀ ਜ਼ਿਆਦਾ ਹੈ ਜਾਂ ਟਾਵਰ। ਤੁਸੀਂ ਕੀ ਦੇਖਣਾ ਹੈ ਵੀ ਫੁੱਟ ਤੋਂ ਐਂਗਲ ਵੇਖਣਾ ਹੈ ਵੀ ਟਾਵਰ ਦੇ ਫੁੱਟ ਤੋਂ ਬਿਲਡਿੰਗ ਦੀ ਉਚਾਈ ਦਾ ਜਾਂ ਬਿਲਡਿੰਗ ਦੇ ਫੁੱਟ ਤੋਂ ਟਾਵਰ ਦੀ ਉਚਾਈ ਦਾ। ਜਿਹਦਾ ਐਂਗਲ ਜ਼ਿਆਦਾ ਉੱਚਾ ਹੈ ਉਹ ਚੀਜ਼ ਉੱਚੀ ਹੈ। ਜਿਵੇਂ ਕਿ ਐਂਗਲ ਆਫ ਐਲੀਵੇਸ਼ਨ ਟਾਪ ਆਫ ਬਿਲਡਿੰਗ ਫਰੋਮ ਦਾ ਫੁੱਟ ਆਫ ਟਾਵਰ ਇਜ਼ 30। ਟਾਵਰ ਦੇ ਫੁੱਟ ਤੋਂ 30 ਦਾ ਐਂਗਲ ਹੈ ਬਿਲਡਿੰਗ ਦਾ, ਤੇ ਜਦੋਂ ਕਿ ਐਲੀਵੇਸ਼ਨ ਟਾਪ ਆਫ ਟਾਵਰ ਫਰੋਮ ਦਾ ਫੁੱਟ ਆਫ ਬਿਲਡਿੰਗ ਦੇ ਫੁੱਟ ਤੋਂ ਟਾਵਰ ਦਾ 60 ਹੈ। ਇਸ ਲਈ ਟਾਵਰ ਦਾ ਐਂਗਲ ਜ਼ਿਆਦਾ ਉੱਚਾ ਹੋ ਗਿਆ। ਇੱਕ ਪਾਸੇ ਸਾਡੀ ਬਿਲਡਿੰਗ ਹੋ ਗਈ, ਇੱਕ ਟਾਵਰ ਹੋ ਗਈ। ਬਿਲਡਿੰਗ ਦੇ ਫੁੱਟ ਤੋਂ ਟਾਵਰ ਦਾ ਜਿਹੜਾ ਕੋਣ ਹੈ ਉਹ 60 ਦਾ ਹੈ, ਤੇ ਟਾਵਰ ਦੇ ਫੁੱਟ ਤੋਂ ਬਿਲਡਿੰਗ ਦਾ ਕੋਣ 30 ਦਾ ਹੈ। ਇਹ ਸਾਨੂੰ ਕਲੀਅਰ ਹੋ ਗਿਆ ਕਿ ਜਿਹੜੀ ਬਿਲਡਿੰਗ ਹੈ ਉਹ ਛੋਟੀ ਹੈ ਤੇ ਟਾਵਰ ਉੱਚਾ ਹੈ। ਇਹਨੂੰ ਅਸੀਂ ਬਿਲਡਿੰਗ ਲਿਖ ਲਾਂਗੇ ਤੇ ਇਹਨੂੰ ਟਾਵਰ ਲਿਖ ਲਾਂਗੇ। ਟਾਵਰ ਦੀ ਹਾਈਟ ਸਾਨੂੰ ਦਿੱਤੀ ਹੈ 50 ਮੀਟਰ ਹਾਈਟ, ਤੇ ਹਾਈਟ ਆਫ ਬਿਲਡਿੰਗ ਫਾਈਂਡ ਆਊਟ ਕਰਨੀ ਹੈ। ਆਪਦੀ ਨੌਲੇਜ ਵਾਸਤੇ ਤੁਸੀਂ ਲਿਖ ਸਕਦੇ ਹੋ ਵੀ ਪਹਿਲਾਂ ਵੀ ਹਾਈਟ ਆਫ ਟਾਵਰ ਹੈ ਉਹ CD ਹੈ ਉਹ 50 ਮੀਟਰ ਹੈ। ਹਾਈਟ ਆਫ ਬਿਲਡਿੰਗ AB ਇਹ ਅਸੀਂ ਫਾਈਂਡ ਆਊਟ ਕਰਨੀ ਹੈ। ਹੁਣ ਤੁਸੀਂ ਇਹਦੇ ਵਿੱਚ ਉਹ ਟ੍ਰਾਇੰਗਲ ਲਓ ਪਹਿਲਾਂ ਜਿਹਦੇ 'ਚ ਇੱਕ ਸਾਈਡ ਪੂਰੀ ਹੋਵੇ। ਉਹ ਕਲੀਅਰ ਹੈ ਆਪਣੇ ਕੋਲੇ ਵੀ ਇਸ ਟ੍ਰਾਇੰਗਲ ਦੇ ਵਿੱਚ ਇਹ 50 ਮੀਟਰ ਹੈ, ਇਹਦੇ 'ਚੋਂ ਆਪਾਂ ਇਹ ਫਾਈਂਡ ਆਊਟ ਕਰ ਲਾਂਗੇ। ਫਿਰ ਇਸ ਟ੍ਰਾਇੰਗਲ ਦੇ ਵਿੱਚ ਇੱਕ ਸਾਈਡ ਸਾਡੇ ਕੋਲ ਦਿੱਤੀ ਵੀ ਆ ਜਾਊਗੀ, ਆਹ ਫਾਈਂਡ ਆਊਟ ਕਰ ਲਾਂਗੇ। ਇਨ ਟ੍ਰਾਇੰਗਲ BCD CD ਸਾਡੇ ਕੋਲ 50 ਮੀਟਰ, ਇਹਦੇ 'ਚ ਅਸੀਂ BC ਫਾਈਂਡ ਆਊਟ ਕਰਾਂਗੇ। ਇਸ ਦਾ ਥੀਟਾ 60 ਡਿਗਰੀ ਦਾ। ਜਿਹੜੀ ਚੀਜ਼ ਫਾਈਂਡ ਆਊਟ ਕਰਨੀ ਉੱਪਰ ਰੱਖ ਲਓ, ਗਿਵਨ ਥੱਲੇ ਰੱਖ ਲਓ। BC ਫਾਈਂਡ ਕਰਨਾ ਹੈ, ਇਹ ਬੇਸ ਹੈ ਸਾਡੇ ਕੋਲੇ, ਇਹ ਪਰਪੈਂਡੀਕੂਲਰ ਹੈ। ਬੇਸ ਓਵਰ ਪਰਪੈਂਡੀਕੂਲਰ cot ਥੀਟਾ ਹੁੰਦਾ ਹੈ। ਵੈਲਿਊਜ਼ ਅਪਲਾਈ ਕਰੋ। BC ਅਪੋਨ CDC ਸਾਡੇ ਕੋਲ 50, cot 60 ਹੋ ਗਿਆ। cot 60 ਦੀ ਤੁਸੀਂ ਵੈਲਿਊ ਵੇਖੋ, ਉਹ 1/√3 ਹੋਊ। ਉਹ ਆਪਾਂ ਟੇਬਲ ਬਣਾਇਆ ਸੀ। ਇਹ 50 ਨਾਲ ਮਲਟੀਪਲਾਈ ਜਾਣੀ ਕਿ BC ਦੀ ਵੈਲਿਊ 50/√3 ਮੀਟਰਸ ਆ ਗਈ। ਫਿਰ ਇਨ ਟ੍ਰਾਇੰਗਲ ABC ਰੱਖ ਲਓ। ਹੁਣ ਇਹਦੇ ਵਿੱਚੋਂ ਆਪਾਂ AB ਫਾਈਂਡ ਆਊਟ ਕਰਨਾ। BC ਸਾਡੇ ਕੋਲ ਗਿਵਨ ਹੈਗਾ। ਫਿਰ ਇਹਦੇ ਵਿੱਚ ਐਂਗਲ ਜਿਹੜਾ 30 ਡਿਗਰੀ ਦਾ ਹੈ। ਉਸੇ ਤਰ੍ਹਾਂ ਆਪਾਂ ਇਹ 'ਚ AB ਫਾਈਂਡ ਕਰਨਾ ਸੀ ਅਪੋਨ BC। ਪਰਪੈਂਡੀਕੂਲਰ ਅਪੋਨ ਬੇਸ tan ਥੀਟਾ ਹੋ ਗਿਆ। ਵੈਲਿਊਜ਼ ਅਪਲਾਈ ਕਰ ਲਓ। ਇਹਦੀ ਵੈਲਿਊ ਬਟਿਆਂ 'ਚ ਪਈ ਹੋਣ ਕਰਕੇ ਫਿਰ ਨਾ ਭਰੋ। tan ਥੀਟਾ ਸਾਡੇ ਕੋਲ 30 ਹੈ। AB tan 30 1/√3 ਹੁੰਦਾ ਹੈ। N2 BC ਕਰ ਲਓ। ਹੁਣ ਇੱਥੇ ਵੈਲਿਊ ਤੁਸੀਂ ਭਰਨੀ ਤੁਹਾਨੂੰ ਸੌਖੀ ਰਹੂਗੀ ਵੀ ਇਹ 50/√3 ਸੀ ਸਾਡੇ ਕੋਲ, ਇਹ 50/3 ਮੀਟਰਸ AB ਯਾਨੀ ਕਿ ਡਿਵਾਈਡ ਕਰ ਲਓ। 16.666 ਆ ਜਾਊਗਾ, ਯਾਨੀ ਕਿ ਇਹਨੂੰ ਜਦੋਂ ਲਾਸਟ ਵਾਲਾ ਡਿਜਿਟ 5 ਔਰ ਅਬਵ ਹੋਵੇ, 5 ਜਾਂ 5 ਤੋਂ ਵੱਡਾ ਹੋਵੇ, ਉਹਨੂੰ ਛੱਡ ਕੇ ਮੂਹਰੇ ਇੱਕ ਐਡ ਕਰ ਲਈ ਜਾਂਦਾ ਹੈ। ਇੰਨੇ ਮੀਟਰ ਦਾ ਇਹਦਾ ਆਨਸਰ ਹੈਗਾ। ਇਹ ਵੀ ਉਹੀ ਹਾਈਟ ਆਫ ਬਿਲਡਿੰਗ ਸੀ। ਬੇਸ਼ੱਕ ਦੁਬਾਰਾ ਇੱਥੇ ਤੁਸੀਂ ਲਿਖ ਦਿਓ ਵੀ ਹਾਈਟ ਆਫ ਬਿਲਡਿੰਗ ਹੈ ਉਹ 16.67 ਮੀਟਰ ਆਨਸਰ। ਹੁਣ ਜਿਵੇਂ 10th ਕੁਐਸਚਨ ਹੈ, two poles of equal heights are standing opposite each other on the side of road 80 ਮੀਟਰ ਵਾਈਡ। ਇਹ ਸਾਡੀ ਰੋਡ ਹੈ, 80 ਮੀਟਰ ਵਾਈਡ ਹੈ। ਦੋਨੇ ਸਾਈਡ ਦੇ ਟਾਵਰ ਹੈ ਇਕੁਅਲ ਹਾਈਟ ਦੇ। ਫਰਮ a point between them on the road the angle of elevation top of poles 60 or 30। ਇੱਥੇ ਕੋਈ ਪੁਆਇੰਟ ਲੈ ਲਓ। ਇੱਕ ਪਾਸੇ 60 ਡਿਗਰੀ ਦਾ ਐਂਗਲ ਬਣਦਾ, ਦੂਸਰੇ ਪਾਸੇ 30 ਡਿਗਰੀ ਦਾ ਐਂਗਲ ਬਣਦਾ। ਫਾਈਂਡ ਦ ਹਾਈਟ ਆਫ ਪੋਲਸ ਐਂਡ ਡਿਸਟੈਂਸ ਆਫ ਪੁਆਇੰਟਸ ਫਰਮ ਦ ਪੋਲਸ। ਇਹਨਾਂ ਦੇ ਨਾਂ ਰੱਖੋ ਪਹਿਲਾਂ ABCDE। ਹੁਣ ਆਪਣੇ ਕੋਲੇ ਲੈਟ ਹਾਈਟ ਆਫ ਪੋਲਸ ਯਾਨੀ ਕਿ AB ਤੇ CD ਇਕੁਅਲ ਹੈ। ਇਹਨੂੰ ਆਪਾਂ H ਰੱਖ ਲੈਂਦੇ ਹਾਂ।
विड्थ ऑफ रोड सड़क की जी चौड़ाई है वो 80 मीटर है, BC है, BC इक्वल टू 80 मीटर। ये फिर एक लिट कर लो, लिट BE है जी इन्नी, ये X मीटर रख लेने अपन। देयरफॉर EC है वो 80 माइनस X मीटर हो जाएगा, ये अपन को 80 माइनस X हो गया। कोई भी ट्रायंगल ले लो, पहला एन ट्रायंगल ABE ले लें, ये H अपॉन X यानी कि परपेंडिकुलर अपॉन बेस इक्वल टू टेन थीटा। थीटा ये 60 डिग्री का सीगा, H ओवर X टेन 60, H टेन 60 की वैल्यू √3 होंगी इंटू X। क्वेश्चन नंबर 1 बन गई। एन ट्रायंगल ECD ये एंगल 30 डिग्री का, H अपॉन 80 माइनस X, ये बन गया टेन 30, टेन 30 1 ओवर √3 इंटू 80 माइनस X। क्वेश्चन नंबर 2 फ्रॉम क्वेश्चन 1 एंड 2 H ही है, H ही है, ये दोनों इक्वल हो गई। देयरफॉर √3x इक्वल टू 1 ओवर √3 80 माइनस X। इनू ये क्रॉस कर लेंगे, √3 इंटू √3 80 माइनस X। X ये माइनस दी है, इधर आके ये प्लस दी हो जाएगी 80, ये 4x इक्वल टू 80 हो गया। X इज इक्वल टू 80 ओवर 4 मीनस 20, X की वैल्यू 20 मीटरस हो गई। आप हाइट ऑफ पोल कढ़नी है, इत्थे वैल्यू भरन का फायदा दा इनू तुसीं ले लो पुट इन 1। देयरफॉर H इज इक्वल टू √3 इंटू 20, ये 20 √3 हो गया। हाइट ऑफ पोल्स AB ते CD, AB इक्वल टू CD इज इक्वल टू 20 √3 मीटरस। हुण आपां पॉइंट करने सीगे, इस तो बाद इत्थे आ जाओ, जिहड़ा BE पॉइंट है वो X की वैल्यू है, X की वैल्यू साडे कोले 20 मीटर सी, ये 20 मीटर हो गया। फिर EC पॉइंट है जिहड़ा वो 80 माइनस 20 मीनस 60 मीटर्स। बस आंसर आ गया। 11th क्वेश्चन, वैसे तो फिगर दी भी है, तुम फिगर को इग्नोर कर दो। आप क्वेश्चन पढ़ो तो बनानी स्टार्ट करो। ये TV टावर स्टैंड वर्टिकली ऑन ए बैंक ऑफ कनाल। देखो ये साडे कोल कनाल है, ਉਹਦੇ एक पानी इत्थों ही आई जाता है, ये एक किनारे ते कोई टावर है। फ्राम ए पॉइंट ऑन द अदर बैंक, एक पासे तो टावर हो गया, ये दूजे किनारे तो द एंगल ऑफ द एलिवेशन टावर, ये पहले 60 का एंगल से फ्राम एनदर पॉइंट 20 मीटर अवे फ्राम दिस पॉइंट। देखो 20 मीटर इधरों ही जाया जा सकता है, इधरों जावांगे तो यह नहर हैगी, पानी चल रहा है, इधर हो नहीं सकता। ये 20 मीटर पिछे हट गए, आप 20 मीटर पिछे हट के इसका एंगल 30 डिग्री का बन गया। आ एंगल साढ़े को 30 डिग्री हो गया। फाइंड द हाइट ऑफ टावर एंड विड्थ ऑफ कनाल। आ साडी कनाल की विड्थ होगी, ये फाइंड आउट करने, तो ये साडे कोल टावर हो गया। ना रख लो ABCD, इन्हों X H वगैरह रखना रख सकते नहीं, जरूरत नहीं है। जदों किसी भी ट्रायंगल दे विच एक वन साइड पूरी ना होवे, बस तुसीं एक ही मैथड यूज करना है, परपेंडिकुलर अपॉन बेस, होर कुछ नहीं सानूं करने लोड़। देखो इस साइड आ पूरी साइड नहीं है राइट ट्रायंगल दे विच, इस राइट ट्रायंगल दे विच ये साइड पूरी नहीं है ना, आ पूरी है। इसलिए पहला तो आपकी नॉलेज वास्ते फिर लिख लो हाइट ऑफ टावर AC है, इनू आप फाइंड करना सी। विड्थ ऑफ कनाल वो साडे कोल CD है, इनू भी फाइंड करना सी। एन ट्रायंगल ABC, BC है जी साडे कोले, B तो C तक 20 मीटर आ सी ते CD आ सी, ऐड कर लो 20 प्लस CD, इन्ने मीटरस हो गया। इस ट्रायंगल का थीटा किहड़ा है 30। फिर फार्मूला साडे कोल एक ही भी AC
upon BC, perpendicular upon base means tangent theta. AC BC की वैल्यू है 20 प्लस CD है, tangent 30 है, tangent 30 की वैल्यू 1/√3 होती है, ਇਹ इधर जाके मल्टीप्लाई हो गया, इनू इक्वेशन 1 बना लो। एन ट्रायंगल ACD ਇਹ सिर्फ थीटा ही है, साढ़े को होर कुछ है ही नहीं गा। AC ਦੇ ਅਪੋਨ CD रख लो, फिर परपेंडिकुलर अपाउन बेस हो गया, ये टेंट थीटा होंदा है, टेंट ये 60 हो गया, टेंट 60 की वैल्यू √3 होंदी है, ये जाके इहदे नाल मल्टीप्लाई हो जाऊ, √3 इंटू CD इक्वेशन 2 होगी। फ्राम 1 एंड 2 AC इक्वल हो जाएंगे, इत्थे लिख लें फ्राम इक्वेशन 1 एंड 2 √3 CD इक्वल टू 1/√3 इंटू 20 प्लस CD, ये √3 इधर आके मल्टीप्लाई हो जाए, 3 CD हो जू, 20 प्लस CD एक साइड कर लो, 3 CD माइनस CD इक्वल टू 20, ये 2 CD हो गया, 20 CD इक्वल टू 20/2 10 हो गया। CD की वैल्यू फाइंड आउट कर ली, ये विड्थ ऑफ कनाल है। पहला हुण आपां हाइट ऑफ टावर कढ़ीए, देखो एक तो हाइट ऑफ टावर AC ये पे, एक हाइट ऑफ टावर AC आ पे, ये वैल्यू भरोगे तो तुहाडे लई ये गुंझलदार है, इत्थे भरोगे तो ईजी हो जाऊगा। देखो इस लेना पुटिंग द वैल्यू ऑफ CD इन इक्वेशन 2, जो 2 इक्वेशन वैल्यू भरांगे तो AC इक्वल टू √3 इंटू 10 मीनस 10√3 मीटरस। हुण साडे कोल की आ गया, हाइट ऑफ टावर है जी, हाइट ऑफ टावर AC वो 10√3 मीटर्स आ गया। विड्थ ऑफ कनाल, विड्थ ऑफ कनाल साडे कोल सी CD दी सी वैल्यू पहले ही कढ़ चुके सीगे, 10 मीटर, बस आंसर आ गया। क्वेश्चन नंबर 12, फ्रॉम द टॉप ऑफ 7 मीटर हाई बिल्डिंग, अर्थ ये 7 मीटर हाई बिल्डिंग है, द एंगल ऑफ एलिवेशन टॉप ऑफ केबल टावर इज 60, ये टॉप तो केबल टावर के टॉप का एंगल 60 का है, ये टावर उच्चा हो गया बिल्डिंग नालों, ये 60 डिग्री एंगल हो गया। डिप्रैशन ये फुट का एंगल, केबल टावर के फुट का एंगल 45 का है। डिटरमिन द हाइट ऑफ टावर, सारे कुछ पहले आ साढ़े कोई हाइट ऑफ टावर होगी, हाइट ऑफ टावर AB असी फाइंड करना है, हाइट ऑफ बिल्डिंग CD ये सानू गिवन है 7 मीटर, इत्थे पॉइंट रख लो कोई, CD इज इक्वल टू BE इक्वल टू 7 मीटर। हुण वो ट्रायंगल ले लो ये चों जिहदे एक साइड पूरी होवे, वो साडे कोल BCD ट्रायंगल दे विच ये 7 मीटर है, ये चों आपां BC फाइंड आउट कर लांगे, जिन्नी BC होगी उन्नी DE हो जूगी, इस ट्रायंगल दे विचों आपां AE फाइंड आउट कर लांगे, विच आए आपां ऐड कर देंगे। इन ट्रायंगल BCD, CD साडे कोल हैगा 7 मीटर, BC नूं असीं फाइंड आउट करना है। देखो जिन्ना एंगल है उन्ना ही आ हुंदा है, ये क्यों हुंदा है, ये दो पैरलल लाइनां हो गईयां, ये ट्रांसवर्सल होगी, पैरलल लाइनां नूं कोई ट्रांसवर्सल कटदी है, आ एंगल ते आ एंगल आ ते आ इक्वल हुंदे है, इन्हां नूं अल्टरनेट इंटीरियर एंगल कहंदे हैं। क्लीयरली ये 45 का हो गया, ये BC फाइंड आउट करनी होगी तो एंगल का थीटा 45 का हो गया। मैं अक्सर बार बार यही कह रहा भी जेडी नूं फाइंड आउट करना उपर गिवन नूं थले, BC ओवर CD ये बेस ओवर परपेंडिकुलर कॉट थीटा हो गया, BC CD 7C कॉट 45, कॉट 45 की वैल्यू देखोगे 1 मिलूगी थोनों, BC साडे कोल 7 मीटर आ गया। जे हुण इस ट्रायंगल दे विच जिहड़ी AD और BC दी इक्वल हो जू, दसोगे इन ट्रायंगल ADE DE इक्वल टू BC इक्वल टू 7 मीटर हो गया। ये AE नूं
फाइंड आउट कर लें ਇਹਦਾ थीटा 60 डिग्री का है AE ਦੇ अपॉन DE रखिए परपेंडिकुलर अपॉन बेस tan थीटा ਹੁਣ वैल्यूज़ भर लो AE DE की वैल्यू ਸਾਡੇ ਕੋਲ 7 सी tan 60 हो गया AE over 7 इक्वल टू tan 60 की वैल्यू √3 होंगी है AE ये ना मल्टीप्लाई हो जू AE की वैल्यू 7√3 मीटर्स होगी AE देयरफॉर हाइट ऑफ टावर है जी वो ਆਪਾਂ AE ਤੇ BE ਦੀ ਐਡੀਸ਼ਨ ਕਰ ਲਾਂਗੇ ਜੋੜ ਕਰ ਲਾਂਗੇ ਦਾ ਹੁਣ BE ਕਿੱਥੋਂ ਲਈਏ BE ਹੈ ਜੀ ਉਹ DC ਦੇ ਇਕੁਅਲ ਹੈ ਉਹ 7 मीटर हो गया AE ਦੀ ਵੈਲਿਊ ਸਾਡੇ ਕੋਲ 7√3 ਸੀ BE ਦੀ 7 मीटर ਸੀ ਕਾਮਨ ਕੱਢਣਾ 7 ਕਾਮਨ ਕੱਢ ਲਓ √3 + 1 ਸਾਡੇ ਕੋਲ ਹਾਈਟ ਆਫ ਟਾਵਰ ਇੰਨੇ ਮੀਟਰ ਇਹਦਾ ਆਨਸਰ ਆ ਗਿਆ ਬਹੁਤ ਈਜ਼ੀ ਹੈ ਬਾਰ ਬਾਰ ਮੈਂ ਇਹ ਕਹਿਣਾ ਵੀ ਕਿਸੇ ਵੀ ਟ੍ਰਾਇੰਗਲ ਦੇ ਵਿੱਚ ਇੱਕ ਸਾਈਡ ਸਾਡੇ ਕੋਲ ਗਿਵਨ ਹੋਵੇ ਇੱਕ ਫਾਈਂਡ ਆਊਟ ਕਰਨੀ ਹੈ ਫਾਈਂਡ ਆਊਟ ਨੂੰ ਉੱਪਰ ਰੱਖ ਲਓ ਗਿਵਨ ਨੂੰ ਥੱਲੇ ਰੱਖ ਲਓ ਉਹ ਦੇਖ ਲਓ ਰੂਲਸ ਨੂੰ ਸਾਨੂੰ ਪਹਿਲੇ ਦਿਨ ਸਿਖਾਏ ਗਏ ਸੀ बेस ओवर परपेंडिकुलर कोटेंट थीटा होंगे वैल्यू अप्लाई कर लो BC फाइंड आउट हो गया फिर इस ट्रायंगल AED दे विच साडे कोल DE है जी वो BC दे इक्वल हो जू जिन्नी BC सी उन्नी ए होगी इस ट्रायंगल दे विचों AE फाइंड आउट कर लांगे AE अपॉन DE रखांगे तो साडे कोल tan थीटा हो जू वैल्यू भर के AE की वैल्यू निकली हाइट ऑफ टावर AE ते BE का एडिशन करना रिजल्ट आ गया 13th क्वेश्चन As observed from the top of 75 meter high lighthouse from the sea level देखो इनू sea level ले लो समुंदर दे विच हुंदे लाइट हाउस ये साडा लाइट हाउस हो गया from the sea level the angles depression of two steps देखो आ समुंदर दे विच दो steps हैगे इत्थों लाइट हाउस तो उपर तो देखते हैं तो इन्हां दा एंगल 30 ते 45 दे है ये मैं तुहानूं पिछली वीडियो दे विच भी दस्सिया सी 90 डिग्री तो जिन्ने दूर जाए जाएंगे एंगल छोटे हो जाएंगे 90 डिग्री वाल जाएंगे तो वड्डे हो जाएंगे हुण एक एंगल 30 का एक 45 का है तो तुहानूं सब नूं आपदे आप ही पता होना चाहिए भी किहड़ा 30 का होऊ ते किहड़ा 45 का होऊगा आ साडे कोल राइट एंगल हुंदा है भी इधरला वड्डा होने करके ये 45 का आ गया तो दूसरा 30 का हो गया If one ship is exactly behind another on the same side of a lighthouse, find the distance between two ships. देखो distance between two ships आ है इनू find out करना है distance between two ships वो हैगी साडे कोल BD इनू असीं find करांगे height of lighthouse 75 मीटर है हाइट ऑफ लाइट हाउस AC इक्वल टू 75 मीटर हुण तो साफ सुथरा क्वेश्चन है इस ट्रायंगल दे विच एक साइड साडे कोल पूरी है चो BC फाइंड आउट कर लेने फिर इस ट्रायंगल दे विच एक साइड गिवन है साडे कोल CD फाइंड आउट कर लेंगे दोनों का डिफरेंस ले देंगे BD आंसर हो जाऊगा एंड ट्रायंगल ABC AC साडे कोल 75 मीटर ये BC नूं आपां फाइंड आउट करांगे ਇਹਦਾ एंगल 30 डिग्री का BC ਨੂੰ ਉੱਪਰ रख ਲੈਂਦੇ ਆ बेस हो गया अपॉन परपेंडिकुलर हो गया बेस ऑफ परपेंडिकुलर कॉट थीटा होंदा है BC ਇਹਦੀ वैल्यू 75 सी कॉट 30 हो गया कॉट 30 की वैल्यू √3 होंदी है ये 75 √3 मीटर्स साडे कोल BC हो गया एन ट्रायंगल ACD ਇਹਦੇ ਵਿੱਚ फिर साडे कोल AC 75 मीटर है CD ਨੂੰ ਅਸੀਂ फाइंड आउट करांगे थीटा 45 है CD अपॉन AC फिर बेस अपॉन परपेंडिकुलर कॉट थीटा हो गया AC की वैल्यू 75 मीटर सी कॉट थीटा साडे कोल 45 सी कॉट 45 1 हुंदा है इनटू 75 CD साडे कोल 75 मीटर आ गया हुण डिस्टेंस बिटवीन टू शिप्स सी BD ਨੂੰ फाइंड करने की खातर सानू पता भी BC ਦੇ ਵਿੱਚੋਂ CD ਨੂੰ सबट्रैक्ट कर देंगे BC की वैल्यू साडे कोल 75 √3 सी CD की वैल्यू 75 मीटर सी ਇਹਦੇ ਵਿੱਚੋਂ 75 कॉमन कढ़ने √3 - 1
ਇੰਨੇ ਮੀਟਰਸ। ਬੀ ਡੀ ਕੀ ਹੈ ਸਾਡੇ ਕੋਲੇ, डिस्टेंस बिटवीन टू स्टेप्स, यही आंसर है। इसे तो लिखना तो लिख भी सकते हो तुम, डिस्टेंस बिटवीन टू स्टेप्स इक्वल टू 75√3 मीन्स 1 मीटर्स। आंसर 14th क्वेश्चन। 14th क्वेश्चन, A 1.2 meter tall girl spots a balloon moving with the wind in a horizontal line of height 88.2 meters। सब तो पहले तो अर्थ ग्राउंड ये बना लो, ਇਹਦੇ ਉੱਤੇ ਇਹ 1.2 ਮੀਟਰ ਟਾਲ ਗਰਲ ਇੱਥੇ ਕੋਈ ਵੈਲੂਨ ਹੈ ਅਰਥ ਤੋਂ 88.2 ਮੀਟਰ ਹਾਈਟ ਤੇ ਇੱਥੇ ਇੱਕ ਵੈਲੂਨ, ਗਰਲ ਦੀ ਆਈਜ਼ ਇੱਥੇ ਹੈਗੀ, ਆਈਜ਼ ਤੋਂ ਜਿਹੜਾ ਐਂਗਲ ਬਣਦਾ ਉਹ 60 ਡਿਗਰੀ ਦਾ ਬਣਦਾ ਹੈ, ਇੱਥੇ ਆਈ 60 ਡਿਗਰੀ ਦਾ ਐਂਗਲ। ਥੋੜ੍ਹੀ ਦੇਰ ਬਾਅਦ ਜਿਹੜਾ ਵੈਲੂਨ ਹੈ ਉਹ ਮੂਵ ਹੋ ਗਿਆ, ਇੱਥੇ ਆ ਗਿਆ, ਇਹਦੇ ਆਈਜ਼ ਤੋਂ ਉਹਦਾ ਜਿਹੜਾ ਐਂਗਲ ਹੈ ਇੱਥੋਂ ਇਹ 30 ਡਿਗਰੀ ਦਾ ਬਣ ਗਿਆ। आफ्टर सम 30 फाइंड द डिस्टेंस ट्रैवल्ड बाई द बैलून। बैलून कितों मूव होया, पहला बैलून इत्थे सी, इत्थों ऐ करके इत्थे तक मूव हो गया। ये चीज़ नूं असीं फाइंड आउट करना है। ना रख लो A B C D E F G H। हाइट ऑफ बैलून साडे कोल AD भी है, GE है, ये 88.2 मीटर्स है। हाइट ऑफ गर्ल BC भी है, HD भी है तो FE भी है, ये साढ़े कोई 1.2 मीटर हो गया। इन ट्राइंगल ABH AH साढ़े को कितना आऊगा, AD दे विचों HD घटा देंगे। ये 88.2 सी, 1.2 मीटर हाइट सी गर्ल दी, 87 मीटर साढ़े को AH हो गया। इस ट्रायंगल दे विचों आ साढ़े को AH 87 हो गया, देयरफॉर GF भी ये इक्वल ही हो गया। ये विचों इस ट्रायंगल दे विचों हुण आपां BH फाइंड आउट कर रहे हैं, इसदा थीटा कितना 60 डिग्री का। जिहड़ी चीज़ फाइंड करनी है उपर रख लो, असीं BH नूं पढ़ना है, BH अपॉन AH, ये बेस हो गया, ये साडा परपेंडिकुलर हो गया, बेस ओवर परपेंडिकुलर कॉट थीटा हो गया। BH AH 87 सी, कॉट 60, कॉट 60 की वैल्यू लिखोगे तो 1/√3 मिलूगी, 87 ये मल्टीप्लाई हो जू, 87/√3 मीटर साढ़े को BH आ गया। फिर इन ट्रायंगल BGF, ਇਹਦੇ ਵਿੱਚ GF है वो साढ़े को AH ਦੇ इक्वल है, 87 सी आ लिखा ਵਾ कोई, ਇਹਦਾ थीटा 30 डिग्री सी। ਇਹਦੇ ਵਿੱਚੋਂ ਆਪਾਂ BF फाइंड आउट कर लाਂਗੇ। BF बेस है साढ़ा, GF परपेंडिकुलर है, बेस ऑफ परपेंडिकुलर कॉट थीटा हो गया। BF GF की वैल्यू 87, कॉट 30, BF ओवर 87 कॉट 30 की वैल्यू √3, BF 87 इधर के मल्टीप्लाई हो गया, इन्ने मीटर आ गया। असी फाइंड करना सी डिस्टेंस ट्रैवल्ड बाई वैलन, वो की है HF है। किवें फाइंड आउट हो, BF दे विचों BH ਨੂੰ सबट्रैक्ट करके, BF हैगा 87√3 तो BH साडे कोल हैगा 87/√3। 87 कॉमन कट लो, इत्थे √3 मीनस 1/√3, 87√3 एलसीएम, इनू इहदे नाल मल्टीप्लाई 3, इनू इहदे नाल डिवाइड उपर मल्टीप्लाई 1, 87 × 2/√3
ਰੈਸ਼ਨਲਾਈਜ਼ ਕਰ ਦਿਓ। ਜਦੋਂ ਵੀ ਬਟਿਆਂ ਦੇ ਵਿੱਚ ਰੂਟ 'ਚ ਹੋਵੇ ਉਹਨੇ ਨੇ ਮਲਟੀਪਲਾਈ ਅਤੇ ਉਹਨਾਂ ਨੇ ਡਿਵਾਈਡ ਕਰ ਲਓ। 87 × 2√3/3 ਹੋ ਗਿਆ, √3 × 3 3, ਇਹਨੂੰ ਕੱਟ ਲਓ। 58√3 ਮੀਟਰਸ ਇਹ ਕੀ ਹੈਗਾ ਸਾਡੇ ਕੋਲ? ਡਿਸਟੈਂਸ ਟਰੈਵਲਡ ਬਾਈ ਦ ਬੈਲੂਨ। ਇਹੀ ਆਨਸਰ ਸੀ ਇਹਦਾ। ਫਿਫਟੀਨਥ ਕੁਐਸਚਨ, A straight highway leads to the foot of tower. A man standing at the top of tower observes a car at an angle of direction 30 degree, which is approaching the foot of the tower with uniform speed. 6 seconds later, the angle of the depression of car A straight highway leads to the foot of tower. ਇਹ ਟਾਵਰ ਵੱਲ ਨੂੰ ਜਾ ਰਹੀ ਹੈ, ਇਹ ਸਾਡਾ ਟਾਵਰ ਸੀ। ਇਹ ਮੈਨ ਸਟੈਂਡਿੰਗ ਔਨ ਦ ਟੌਪ ਆਫ ਟਾਵਰ, ਇੱਥੇ ਖੜਾ ਉਹ ਬੰਦਾ ਕਾਰ ਨੂੰ ਦੇਖਦਾ, ਇਹ 30 ਦਾ ਐਂਗਲ ਬਣਾ ਰਹੀ ਹੈ ਇੱਥੇ। ਇੱਥੋਂ ਤੋਂ ਲੱਗ ਕੇ ਇੱਥੇ ਤੱਕ ਇਹਨੂੰ 6 ਸੈਕਿੰਡ ਲੱਗੇ ਤਾਂ ਐਂਗਲ ਉਹਦਾ 60 ਦਾ ਹੋ ਜਾਂਦਾ ਹੈ। ਫਾਈਂਡ ਦ ਟਾਈਮ ਟੇਕਨ ਟੂ ਦ ਕਾਰ ਟੂ ਰੀਚ ਦ ਫੁੱਟ ਆਫ ਟਾਵਰ ਫਰਾਮ ਦਿਸ ਪੁਆਇੰਟ। ਇਸ ਪੁਆਇੰਟ ਤੋਂ ਇੱਥੇ ਤੱਕ ਪਹੁੰਚਣ ਦਾ ਟਾਈਮ ਕੱਢਣਾ ਵੀ ਕਿੰਨਾ ਟਾਈਮ ਲੱਗਦਾ। ਹਾਈਟ ਆਫ ਟਾਵਰ ਬਾਰੇ ਸਭ ਨੂੰ ਪਤਾ ਹੀ ਹੈ ਵੀ ਹਾਈਟ ਆਫ ਟਾਵਰ ਹੈ ਜਿਹੜੀ ਉਹ AC ਹੈ। ਦੇਖੋ ਕਿਸੇ ਵੀ ਟ੍ਰਾਇੰਗਲ ਦੇ ਵਿੱਚ ਕੋਈ ਸਾਈਡ ਪੂਰੀ ਨਹੀਂ ਹੈ, ਇਹ ਵੀ ਹੈ ਨਹੀਂ, ਇਹ ਵੀ ਹੈ ਨਹੀਂ। ਇਸ ਟ੍ਰਾਇੰਗਲ ਵਿੱਚ ਇਹ ਵੀ ਹੈ ਨਹੀਂ, ਇਹ ਵੀ ਹੈ ਨਹੀਂ। ਜਦੋਂ ਨਾ ਹੋਵੇ ਤਾਂ ਪਰਪੈਂਡੀਕੂਲਰ ਅਪੋਨ ਬੇਸ ਹੀ ਰੱਖਣਾ, ਤੁਸੀਂ ਹੋਰ ਕੁਛ ਨਹੀਂ ਕਰਨਾ। ਐਨ ਟ੍ਰਾਇੰਗਲ ABC, BC ਜਿਹੜੀ ਉਹ BD + CD ਹੈ, BC BD + CD ਹੈ। ਇਹ 'ਚ ਐਂਗਲ 30 ਡਿਗਰੀ ਦਾ ਹੈ। AC ਅਪੋਨ BC ਕਰੀਏ, ਇਹ ਪਰਪੈਂਡੀਕੂਲਰ ਅਪੋਨ ਬੇਸ ਹੋ ਗਿਆ, tan θ ਹੋ ਗਿਆ। BC ਦੀ ਵੈਲਿਊ ਹੈ BD + CD, tan 30, tan 30 ਦਾ 1/√3 BD + CD ਇਕੁਏਸ਼ਨ 1 ਬਣਾ ਦਿੱਤੀ। ਐਨ ਟ੍ਰਾਇੰਗਲ ACD, ਇਸ ਟ੍ਰਾਇੰਗਲ ਦੇ ਵਿੱਚ ਸਿਰਫ ਐਂਗਲ ਹੈ ਸਾਡੇ ਕੋਲ 60 ਦਾ। ਫਾਰ ਕੋਈ ਸਾਈਡ ਪੂਰੀ ਨਾ ਗਿਵਨ ਹੋਣ ਕਰਕੇ ਅਸੀਂ ਮੈਥਡ ਲਾਵਾਂਗੇ ਪਰਪੈਂਡੀਕੂਲਰ ਅਪੋਨ ਬੇਸ। ਇਹ ਕੀ ਹੋ ਗਿਆ? tan θ, AC/CD tan 60 ਹੋ ਗਿਆ, AC tan 60√3 × CD। ਫਰਾਮ ਇਕੁਏਸ਼ਨ 1 and 2 ਦੇਖੋ AC ਇਕੁਅਲ ਹੋ ਗਏ, ਇਹ ਦੇਅਰਫੋਰ √3 CD = 1/√3 × BD + CD, ਇਹ ਇਕੁਅਲ ਹੋ ਗਏ। ਇੱਥੇ ਕਿ ਮਲਟੀਪਲਾਈ ਹੋ ਜਾਊਗਾ, ਇਹ 3 CD ਹੋ ਜਾਊਗਾ, BD + CD। CD ਹੈ, CD ਤੱਕ ਸਬਟਰੈਕਟ ਕਰ ਲਓ, 3 CD - CD = BD ਮੀਨਸ 2 CD = BD। ਇੱਕ ਸਾਡੇ ਕੋਲ ਵੈਲਿਊ ਬਣ ਕੇ ਆ ਗਈ। ਹੁਣ ਸਾਡੇ ਕੋਲ ਇੱਕ ਤਾਂ ਡਿਸਟੈਂਸ ਦਿੱਤੀ ਹੋ ਗਈ ਅਤੇ ਇੱਕ ਟਾਈਮ ਦਿੱਤਾ ਹੋ ਗਿਆ, ਇਹਦਾ ਮਤਲਬ ਸਪੀਡ ਬਣਾ ਲਈਏ। ਤਿੰਨ ਚੀਜ਼ਾਂ ਹੋ ਗਈਆਂ, ਡਿਸਟੈਂਸ ਅਤੇ ਆਪਾਂ ਸਪੀਡ ਦਾ ਫਾਰਮੂਲਾ ਕੀ ਹੁੰਦਾ ਇੱਥੇ ਲੈ ਲੈਣੇ। ਚਲੋ ਸਪੀਡ = ਡਿਸਟੈਂਸ ਅਪੋਨ ਟਾਈਮ ਹੁੰਦਾ ਹੈ। ਡਿਸਟੈਂਸ ਸਾਡੇ ਕੋਲ BD ਹੋ ਗਈ, ਟਾਈਮ ਇੱਥੇ ਤੱਕ 6 ਸੈਕਿੰਡ ਲੱਗੇ ਸੀ, ਸਪੀਡ ਇਹਦੀ BD/6 ਹੋ ਗਿਆ। ਹੁਣ ਇੱਥੋਂ ਤੋਂ ਇੱਥੇ ਤੱਕ ਦਾ ਟਾਈਮ ਦੇਖਣਾ ਹੈ, ਤਾਂ ਟਾਈਮ ਦਾ ਫਾਰਮੂਲਾ ਕੀ ਹੁੰਦਾ? ਟਾਈਮ ਨੇ ਇਹਨੇ ਇੱਥੇ ਜਾ ਆਪਣਾ, ਸਪੀਡ ਨੇ ਇੱਥੇ ਜਾਣਾ, ਉਹ ਹੁੰਦਾ ਡਿਸਟੈਂਸ ਅਪੋਨ ਸਪੀਡ। ਡਿਸਟੈਂਸ ਕਿੰਨੀ ਆ? CD ਹੋ ਗਈ। ਸਪੀਡ ਸਾਡੇ ਕੋਲ ਗਿਵਨ ਸੀ BD/6 ਜਾਂ CD, ਇਹ 6/BD। ਇਹਨੂੰ ਇਕੁਏਸ਼ਨ ਰੱਖ ਲਓ, 3 ਰੱਖ ਲਓ। ਇੱਥੇ ਤੁਸੀਂ ਲੈ ਲਓ ਫਰਾਮ ਇਕੁਏਸ਼ਨ 3। ਤੀਜੀ ਇਕੁਏਸ਼ਨ ਤੋਂ ਸਾਡੇ ਕੋਲ BD ਦੀ ਵੈਲਿਊ 2 CD ਹੈ, CD × 6/2 CD। CD ਨਾਲ CD ਕੈਂਸਲ ਹੋ ਗਈ, 2 ਇਹਦੇ ਨਾਲ ਕੈਂਸਲ, 3। ਇਹਦਾ ਹੁਣ ਟਾਈਮ ਕਿੰਨਾ ਲੱਗਿਆ ਇੱਥੇ ਤੱਕ? CD ਤੱਕ 3 ਸੈਕਿੰਡ। ਆਨਸਰ ਆ ਗਿਆ। ਬਹੁਤ ਈਜੀ ਹੈ, ਕੋਈ ਖਾਸ ਗੱਲ ਨਹੀਂ ਹੈ।
लास्ट क्वेश्चन काफ़ी इंपॉर्टेंट है, 16 क्वेश्चन। द angles of elevation top of tower from the 2 points at a distance of 4 meter and 9 meter from the base of tower, same straight line with complementary। देखो ਇਹ ਸਾਡੇ ਕੋਲ ਟਾਵਰ ਹੈ, ਦੋ ਪੁਆਇੰਟ ਹੈ ਇੱਥੇ, ਇੱਕ ਤਾਂ 4 ਮੀਟਰ ਦੂਰੀ ਤੇ ਇੱਕ ਸਾਡੇ ਕੋਲ 9 ਮੀਟਰ ਦੂਰੀ ਤੇ। ਇਹ ਪੁਆਇੰਟਸ ਤੋਂ ਜਿਹੜੇ ਇਹਦੇ ਐਂਗਲ ਬਣਦੇ ਟਾਵਰ ਦੇ ਉਹ ਕੰਪਲੀਮੈਂਟਰੀ ਹੈ। ਕੰਪਲੀਮੈਂਟਰੀ ਐਂਗਲ ਕਿਹੜੇ ਹੁੰਦੇ ਆ? ਸਮ ਆਫ ਟੂ ਐਂਗਲਸ 90 ਹੋਏ, ਦੋ ਕੋਣਾਂ ਦਾ ਜੋੜ 90 ਡਿਗਰੀ ਹੋਵੇ, ਉਹ ਕੰਪਲੀਮੈਂਟਰੀ ਐਂਗਲ ਹੁੰਦੇ ਆ। ਇਹ ਨਾਂ ਰੱਖ ਲੈਂਦੇ। ਹਾਈਟ ਆਫ ਟਾਵਰ ਲੈਟ ਕਰ ਲਓ, ਲੈਟ ਹਾਈਟ ਆਫ ਟਾਵਰ ਹੈ ਜੀ AC, ਉਹਨੂੰ ਆਪਾਂ H ਰੱਖ ਲੈਂਦੇ ਹਾਂ ਵੀ H ਹੈ। ਫਿਰ ਇਹਦੇ ਥੀਟਾ ਲੈ ਲਈਏ ਇੱਕ, ਲੈਟ ਐਂਗਲ ABC ਇਹਨੂੰ ਥੀਟਾ ਰੱਖ ਲਿਆ। ਇਹ ਕੰਪਲੀਮੈਂਟਰੀ ਹੋਣ ਕਰਕੇ ਜਿਹੜਾ ਐਂਗਲ ADC ਹੈ ਆਹ ਕੋਣ, ਇਹ 90 ਚੋਂ ਸਬਟਰੈਕਟ ਹੋ ਜਾਊਗਾ ਕਿਉਂਕਿ ਦੋਹਾਂ ਦਾ ਜੋੜ 90 ਡਿਗਰੀ ਹੋਣਾ ਚਾਹੀਦਾ। ਇਹ 90 ਮਾਈਨਸ ਥੀਟਾ ਹੋ ਗਿਆ। ਇਹਦੇ 'ਚ ਅਸੀਂ ਪ੍ਰੂਵ ਕੀ ਕਰਨਾ ਹੈ? ਹਾਈਟ ਆਫ ਟਾਵਰ 6 ਮੀਟਰ ਹੈ ਵੀ, ਆਹ ਚੀਜ਼ ਲਿਆਉਣੀ ਹੈ 6 ਮੀਟਰ। ਦੇਖੋ ਇਸ ਟ੍ਰਾਇੰਗਲ ਦੇ ਵਿੱਚ ਇੱਕ ਸਾਈਡ ਪੂਰੀ ਹੈਗੀ ਹੈ, ਇਸ ਟ੍ਰਾਇੰਗਲ 'ਚ ਇੱਕ ਸਾਈਡ ਪੂਰੀ ਹੈਗੀ ਹੈ। ਇਨ ਟ੍ਰਾਇੰਗਲ ABC BC ਸਾਡੇ ਕੋਲ 9 ਮੀਟਰ ਹੈ, ਇਹਦਾ ਥੀਟਾ ਹੀ ਸੀਗਾ। ਦੇਅਰਫੋਰ ਪਰਪੈਂਡੀਕੂਲਰ ਬਣ ਗਿਆ ਅਪੋਨ ਬੇਸ 9 ਹੋ ਗਿਆ, ਇਹ ਟੇਂਟ ਥੀਟਾ ਹੋ ਗਿਆ ਤੇ ਥੀਟਾ ਹੀ ਸੀਗਾ, ਇਹ 9 ਟੇਂਟ ਥੀਟਾ ਹੋ ਗਿਆ, ਇਕੁਏਸ਼ਨ 1 ਹੋ ਗਈ। ਫਿਰ ਐਨ ਟ੍ਰਾਇੰਗਲ ACD, ਇਹ 'ਚ CD ਸਾਡੇ ਕੋਲ 4 ਮੀਟਰ ਹੈ, H ਪਰਪੈਂਡੀਕੂਲਰ ਹੋ ਗਿਆ, ਬੇਸ ਸਾਡੇ ਕੋਲ 4 ਹੋ ਗਿਆ, ਪਰਪੈਂਡੀਕੂਲਰ ਅਪੋਨ ਬੇਸ ਟੇਂਟ ਥੀਟਾ ਹੋ ਗਿਆ, ਜਿਹੜਾ ਇਹਦਾ ਥੀਟਾ ਉਹ 90 ਮਾਈਨਸ ਥੀਟਾ। ਇਹਦੇ ਬਾਰੇ ਤੁਸੀਂ 8th ਚੈਪਟਰ ਸਿੱਖਿਆ ਹੈਗਾ। ਇਹ 90 ਨੂੰ ਹਟਾਉਣਾ ਹੋਵੇ ਇਹਦੇ ਮੂਹਰੇ ਕੋ ਲੱਗ ਜਾਂਦਾ ਹੈ, ਜਾਣੀ ਮੀਨਸ ਕੋਟੇਂਟ, ਟੇਂਟ ਤੋਂ ਕੋਟੇਂਟ ਬਣਦਾ ਹੁੰਦਾ ਹੈ, ਸਾਈਨ ਤੋਂ ਕੋਸਾਈਨ ਬਣਦਾ ਹੁੰਦਾ, ਸੀਕੈਂਟ ਤੋਂ ਕੋਸੀਕੈਂਟ ਬਣਦਾ ਹੁੰਦਾ ਹੈ। 90 ਨੂੰ ਹਟਾਉਣਾ ਹੋਵੇ ਜਾਂ 90 ਨੂੰ ਲਾਉਣਾ ਹੋਵੇ, ਦੇਅਰਫੋਰ ਇਹ ਕੀ ਬਣਿਆ? ਕੋਟ ਥੀਟਾ। ਆ 4 ਜਾ ਕੇ ਇਹਦੇ ਨਾਲ ਮਲਟੀਪਲਾਈ ਹੋ ਗਿਆ, ਯਾਨੀ ਕਿ 4 ਕੋਟ ਥੀਟਾ ਹੋ ਗਿਆ। ਹੁਣ H ਦੀ ਵੈਲਿਊ ਫਾਈਂਡ ਕरें ਦੋ ਤਰੀਕੇ ਨੇ, ਚਾਹੇ ਤੁਹਾਨੂੰ ਕੰਪੇਅਰ ਕਰਕੇ ਕਰ ਸਕਦੇ ਹੋ, ਜੇ ਸੌਖਾ ਕਰਨਾ ਹੈ ਤਾਂ ਇਕੁਏਸ਼ਨ 1 ਤੇ 2 ਨੂੰ ਮਲਟੀਪਲਾਈ ਕਰ ਲਓ। HAC H ਇੰਟੂ H ਸਕੁਅਰ ਹੋ ਗਿਆ, 9 ਆ ਸੀ 4H ਸੀ, ਟੇਂਟ ਇੱਥੇ ਹੈ ਤੇ ਕੋਟ ਇੱਥੇ ਹੈ। ਟੇਂਟ ਤੇ ਕੋਟ ਦੇ ਐਂਗਲ ਇਕੁਅਲ ਹੋਣ, ਉਹਨਾਂ ਦੀ ਮਲਟੀਪਲਾਈ ਹਮੇਸ਼ਾ 1 ਹੁੰਦੀ ਹੈ। ਜਿਹੜੇ ਇੰਟੈਲੀਜੈਂਟ ਸਟੂਡੈਂਟਸ ਹੈ, ਜੇ ਜ਼ਿਆਦਾ ਕਲੀਅਰ ਕਰਨਾ ਚਾਹਣ ਤਾਂ ਟੇਂਟ ਸਾਈਨ ਅਪੋਨ ਕੋਸ ਹੁੰਦਾ ਹੈ, ਕੋਟ ਕੋਸ ਅਪੋਨ ਸਾਈਨ ਹੁੰਦਾ ਹੈ, ਸਾਈਨ ਨਾਲ ਸਾਈਨ ਕੱਟਿਆ, ਕੋਸ ਨਾਲ ਕੋਸ ਕੱਟਿਆ ਗਿਆ। H ਆ ਸਕੇਅਰ ਨੂੰ ਜੋ ਖਤਮ ਕਰਾਂਗੇ ਦੂਜੇ ਪਾਸੇ ਰੂਟ ਹੋ ਜੂ, 36 ਦਾ ਰੂਟ 6 ਮੀਟਰ। ਇਹੀ ਚੀਜ਼ ਪ੍ਰੂਵ ਕਰਨੀ ਸੀ ਆਪਾਂ, ਇੱਥੇ ਤੁਸੀਂ ਹੈਂਸ ਪ੍ਰੂਵਡ ਸ਼ਬਦ ਵਰਤਦੇ ਹੋ। ਹਾਈਟ ਆਫ ਟਾਵਰ ਸਾਡੀ 6 ਮੀਟਰ ਆ ਗਈ। ਦਿਸ ਇਜ਼ ਦਾ ਐਂਡ ਆਫ ਚੈਪਟਰ 9th।